ਤੇ ਕੁਝ ਜਿਹੜੇ ਹੱਕਦਾਰ ਸੀ ਉਹਨਾਂ ਨੂੰ ਛੱਡਿਆ ਵੀ ਗਿਆ। ਕਿਉਂ ਨਹੀਂ ਕੀਤਾ ਜਾ ਰਿਹਾ ਸਮਾਜ ਸੇਵਾ ਦਾ ਕੰਮ? ਤੁਹਾਡੇ ਤੇ ਇੱਕ ਦੋਸ਼ ਲੱਗਦਾ ਅਕਸਰ। ਸਤਿ ਸ਼੍ਰੀ ਅਕਾਲ ਜੀ, ਇਹ OMG ਚੈਨਲ ਹੈ ਤੇ ਮੈਂ ਬਲਵਿੰਦਰ ਸ਼ਰਮਾ ਪ੍ਰੋਗਰਾਮ ਲੈ ਕੇ ਪੇਸ਼ ਹਾਂ ਰੂਬਰੂ, ਤੇ ਇਹਦੇ ਵਿੱਚ ਸ਼ਖਸੀਅਤ ਨੇ ਮਮਤਾ ਅਰੋੜਾ ਜੀ। ਮਮਤਾ ਜੀ, ਤੁਹਾਡਾ ਸਵਾਗਤ ਹੈ OMG ਚੈਨਲ ਦਾ ਤੇ OMG ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ। ਨਮਸਕਾਰ। ਨਮਸਕਾਰ ਮੈਮ। ਮੈਂ ਸ਼ਹਿਰ ਦੇ ਵਿੱਚ ਇੱਕ ਸ਼ਬਦ ਸੁਣਦਾ ਹੁੰਦਾ ਹੈ, ਕਿੱਟੀ ਗਰਲਸ ਜੀ। ਤੇ ਕਿੱਟੀ ਗਰਲਸ ਦੇ ਕਿਊਨ ਨੇ ਮਮਤਾ ਅਰੋੜਾ ਜੀ, ਜਾਂ ਇੱਕ ਹੋਰ ਸ਼ਬਦ ਹੈ ਰੇਡੀਓ ਜੌਕੀ ਮਮਤਾ ਅਰੋੜਾ, ਜਿਨ੍ਹਾਂ ਦੀ FM ਬਠਿੰਡਾ ਤੋਂ ਅਸੀਂ ਬਾਜ਼ ਅਕਸਰ ਸੁਣਦੇ ਰਹਿੰਦੇ ਹਾਂ। ਜੀ, ਮਤਲਬ ਕੀ ਉਹ ਸ਼ਖਸੀਅਤ ਦੋਨੋਂ ਤੁਸੀਂ ਹੋ? ਜੀ ਬਿਲਕੁਲ। ਔਰ ਜਿਹੜਾ ਤੁਸੀਂ ਅੱਜ ਮੈਨੂੰ ਇਹ ਟੈਗ ਦਿੱਤਾ ਕਿੱਟੀ ਕੁਈਨ ਦਾ ਜਾਂ ਕਿੱਟੀ ਗਰਲਸ ਦਾ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਹੈ, ਕਿੱਟੀ ਗਰਲਸ ਦਾ ਇੱਕ ਜਿਹੜਾ ਸਾਡਾ ਗਰੁੱਪ ਹੈ, ਪਰ ਉਸਦਾ ਇੱਕ ਨਾਮ ਹੈ ਨਾਰੀ ਸ਼ਕਤੀ ਕਲੱਬ। ਸਾਡਾ ਉਹ ਕਲੱਬ ਹੈ। ਪਰ ਮੈਂ ਇੱਕ ਨਾਰੀ ਸ਼ਕਤੀ ਕੁਝ ਹੋਰ ਵੀ ਸੁਣਿਆ ਸੀ, ਐਸੋਸੀਏਸ਼ਨ ਜਾਂ ਸੁਸਾਇਟੀ ਕੁਝ? ਨਹੀਂ, ਸੁਸਾਇਟੀਜ਼ ਬਹੁਤ ਹੈ ਬਠਿੰਡਾ ਦੇ ਵਿੱਚ, ਨਾਰੀ ਸ਼ਕਤੀ ਸੁਸਾਇਟੀਜ਼ ਹੈ, ਐਸੋਸੀਏਸ਼ਨਸ ਹੈ, ਬਟ ਸਾਡਾ ਜਿਹੜਾ ਉਹ ਨਾਰੀ ਸ਼ਕਤੀ ਕਲੱਬ ਹੈ। ਮਤਲਬ ਕਿਉਂ ਬਣਾਉਣਾ ਪਿਆ ਨਾਰੀ ਸ਼ਕਤੀ ਕਲੱਬ? ਮਤਲਬ ਨਾਰੀ ਸ਼ਕਤੀ ਤਾਂ ਵੈਸੇ ਹੀ, ਨਾਰੀ ਤਾਂ ਵੈਸੇ ਹੀ ਬਹੁਤ ਸ਼ਕਤੀਵਾਨ ਹੁੰਦੀ ਹੈ। ਵੈਸੇ ਇਸ ਸ਼ਬਦ ਨੂੰ ਸੁਣ ਕੇ ਹੀ ਨਾ ਜੈਂਟਸ ਦੇ ਵੈਸੇ ਹੀ ਇੱਕ ਥੋੜਾ ਜਿਹਾ ਡਰ ਜਿਹਾ ਪੈਦਾ ਹੋ ਜਾਂਦਾ ਹੈ। ਔਰ ਜਦੋਂ ਅਸੀਂ ਇਹ ਕਲੱਬ ਬਣਾਇਆ ਸੀ, ਉਦੋਂ ਜਿਹੜੇ ਅਸੀਂ ਲੇਡੀਜ਼ ਨੇ ਰਲ ਕੇ ਬਣਾਇਆ ਸੀ, ਉਦੋਂ ਉਹਨਾਂ ਦੇ ਹਸਬੈਂਡਸ ਨੂੰ ਵੀ ਇੱਕ ਖਤਰਾ ਜਿਹਾ ਪੈਦਾ ਹੋ ਗਿਆ ਸੀ ਕਿ ਇਹ ਕਲੱਬ ਕਿਉਂ ਬਣਨ ਜਾ ਰਿਹਾ, ਕਿ ਕੱਲ੍ਹ ਨੂੰ ਸਾਡੇ ਲਈ ਕੋਈ ਖਤਰਾ ਤਾਂ ਨਹੀਂ ਹੈ। ਪਰ ਅਸੀਂ ਕੀ ਕੀਤਾ ਕਿ ਅਸੀਂ ਸਿਰਫ ਲੇਡੀਜ਼ ਨੂੰ ਮੋਟੀਵੇਟ ਕਰਨ ਲਈ, ਜਿਹੜੀਆਂ ਘਰਾਂ 'ਚ ਲੇਡੀਜ਼ ਰਹਿੰਦੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਬਾਹਰ ਨਿਕਾਲਣ ਲਈ, ਔਰ ਉਸ ਤੋਂ ਬਾਅਦ ਇਹ ਹੋ ਸਕਦਾ ਕਿ ਜਿਵੇਂ ਆਪਾਂ ਕਹਿ ਸਕਦੇ ਡਿਪਰੈਸ਼ਨ ਦੀਆਂ, ਜਿਵੇਂ ਘਰ ਰਹਿ ਕੇ ਪੇਸ਼ੈਂਟ ਹੋ ਜਾਂਦੀਆਂ ਕਿ ਹਸਬੈਂਡ ਬਿਜ਼ਨਸ 'ਤੇ ਹੈ, ਬੱਚੇ ਬਾਹਰ ਹੈ, ਤਾਂ ਸਿਰਫ ਉਹਨਾਂ ਨੂੰ ਗੇਮਸ ਵਗੈਰਾ ਦੇ ਵਿੱਚ ਲਗਾ ਕੇ ਥੋੜ੍ਹਾ ਜਿਹਾ ਉਹਨਾਂ ਨੂੰ ਮੋਟੀਵੇਟ ਵੀ ਕਰਨਾ ਤੇ ਘਰੋਂ ਬਾਹਰ ਵੀ ਕੱਢਣਾ। ਮਤਲਬ ਇਹ ਕਿੱਟੀਜ਼ ਕਿਸ ਤਰ੍ਹਾਂ ਦੀ ਕਿੱਟੀਜ਼ ਹੁੰਦੀਆਂ ਤੁਹਾਡੀਆਂ? ਮਤਲਬ ਕੀ ਉਹਦਾ ਏਮ ਕੀ ਹੁੰਦਾ? ਬਿਲਕੁਲ, ਉਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਫਨ ਗੇਮਸ ਕਰਾਈਆਂ ਜਾਂਦੀਆਂ, 1 ਮਿੰਟ ਐਕਟੀਵਿਟੀਜ਼ ਕਰਾਈ ਦੀਆਂ, ਕਿ ਥੋੜ੍ਹਾ ਜਿਹਾ ਜਿਵੇਂ ਅਸੀਂ 3 ਮਹੀਨੇ 'ਚ ਇੱਕ ਰੱਖ ਲਈ ਦੀ ਹੈ ਪਾਰਟੀ, ਉਹ 3 ਮੰਥਸ ਉਹਨਾਂ ਨੂੰ ਪਹਿਲੀ ਤਾਂ ਉਹ ਤਿਆਰੀ 'ਚ ਲੱਗ ਜਾਂਦੀਆਂ ਨੇ। ਤੁਹਾਨੂੰ ਪਤਾ ਕਿ ਲੇਡੀਜ਼ ਨੇ ਫਿਰ ਕੀ ਹੁੰਦਾ ਕਿ ਮੈਂ ਅਗਲੀ ਵਾਰੀ ਸੂਟ ਕਿਹੜਾ ਪਾਉਣਾ ਹੈ, ਮੈਂ ਅਗਲੀ ਵਾਰੀ ਆਹ ਚੀਜ਼ ਤਿਆਰੀ ਕਿਵੇਂ ਕਰਨੀ। ਉਸ ਤੋਂ ਬਾਅਦ ਥੋੜ੍ਹੀ ਜਿਹੀ ਉਹ ਆਪਣੀਆਂ ਗੇਮਸ ਵੀ ਤਿਆਰ ਕਰਦੀਆਂ, ਤਾਂ ਉਹਨਾਂ ਦਾ ਇਸੇ ਸ਼ੌਂਕ 'ਚ ਕਿ ਪਹਿਲਾਂ ਤਾਂ ਸ਼ੌਂਕ ਹੁੰਦਾ ਕਿ ਜਾਣਾ ਹੈ, ਫਿਰ 2-3 ਮਹੀਨੇ ਉਹਨਾਂ ਦੇ ਇਸ ਸ਼ੌਂਕ 'ਚ ਕਿ ਅਸੀਂ ਉੱਥੇ ਆ ਕੀਤਾ ਸੀ, ਐਕਟੀਵਿਟੀਜ਼ ਕਰਵਾਈ ਦੀਆਂ ਜਿਹੜੀਆਂ। ਮਤਲਬ ਤੁਹਾਡੇ ਕਹਿਣ ਦਾ ਮਤਲਬ ਤਾਂ ਉਹ ਇਕੱਲੀ 3 ਮਹੀਨੇ ਦੀ ਵੇਟ ਦੇ ਵਿੱਚ ਉਹ ਸਾਰਾ ਬਿਜ਼ੀ ਹੋ ਰਹਿੰਦੀਆਂ ਨੇ? ਬਿਜ਼ੀ ਹੋ ਜਾਂਦੀਆਂ ਨੇ, ਬਿਲਕੁਲ। ਫਿਰ ਤਾਂ ਹਸਬੈਂਡ ਦਾ ਡਰਨਾ ਵੀ ਸੁਭਾਵਿਕ ਹੈ। ਨਹੀਂ, ਡਰਨਾ ਉੱਥੇ ਆਪਾਂ ਕਹਿ ਸਕਦੇ ਹਾਂ, ਡਰਨਾ ਉੱਥੇ ਉਹਨਾਂ ਦਾ ਲਾਜ਼ਮੀ ਸੀ ਕਿ ਉਹਨਾਂ ਨੂੰ ਇੰਝ ਲੱਗਦਾ ਸੀ ਕਿ ਕਿਤੇ ਕੱਲ੍ਹ ਨੂੰ ਧਰਨਿਆਂ ਤਾਂ ਨਾ ਬਹਿ ਜਾਣ, ਕਿ ਕਿਸੇ ਦੇ ਘਰ 'ਚ ਕੋਈ ਗੱਲ ਹੋਵੇ ਤਾਂ ਉਹ ਇਹ ਕਿਤੇ ਘਰ ਟੁੱਟਣ ਦੀ ਕਾਗਾਰ 'ਤੇ ਨਾ ਆ ਜਾਣ, ਤਾਂ ਉਹਨਾਂ ਲਈ ਖਤਰਾ ਸੀਗਾ। ਦੇਖੋ, ਤੁਹਾਡਾ ਵਿਸ਼ਾ ਬਹੁਤ ਵਧੀਆ ਹੈਗਾ, ਅੱਛਾ ਸੋਚ ਰਹੇ ਹੋ ਤੁਸੀਂ। ਜਿਵੇਂ ਕਲੱਬ ਬਣਿਆ ਹੈਗਾ, ਵਧੀਆ ਗੱਲ ਹੈ ਕਿ ਔਰਤਾਂ ਜਿਹੜੀਆਂ ਹੈਗੀਆਂ, ਮਹਿਲਾਵਾਂ ਨੇ, ਮਤਲਬ ਘਰ ਦੀ ਚਾਰ ਦੀਵਾਰੀ 'ਚ ਬੰਦ ਨਾ ਹੋ ਕੇ ਬਾਹਰ ਨਿਕਲਣ, ਉਹਨਾਂ ਦੇ ਜਿਹੜੇ ਗੁਣ ਹੈ ਉਹ ਵੀ ਉਹਨਾਂ ਨੂੰ ਦਿਖਾਉਣ ਦਾ ਕਿਤੇ ਮੌਕਾ ਮਿਲੇ, ਇੱਕ ਦੂਜੇ ਨੂੰ ਮਿਲ ਕੇ ਕੁਝ ਸਿੱਖ ਸਕਣ। ਅਸੀਂ ਕੰਪੀਟੀਸ਼ਨ ਰਖਵਾਉਂਦੇ ਹਾਂ, ਕੁਕਿੰਗ ਕੰਪੀਟੀਸ਼ਨ ਹੋ ਗਿਆ, ਡਾਂਸ ਕੰਪੀਟੀਸ਼ਨ ਹੋ ਗਿਆ ਸਾਡੇ ਨਾਲ। ਈਵਨ ਕਿ ਕਈਆਂ ਲੇਡੀਜ਼ ਨੇ ਗਾਇਆ ਨਹੀਂ ਹੁੰਦਾ, ਬਟ ਉੱਥੇ ਅਸੀਂ ਜਦੋਂ ਸਿੰਗਿੰਗ ਕੰਪੀਟੀਸ਼ਨ ਰੱਖੀਦਾ ਤਾਂ ਉਹ ਖੁਦ ਹੈਰਾਨ ਹੁੰਦੇ ਕਿ ਅੱਛਾ ਮੇਰੇ 'ਚ ਵੀ ਹੁਨਰ ਸੀ, ਮੈਨੂੰ ਪਤਾ ਨਹੀਂ ਸੀਗਾ। ਜਿਹੜੇ ਮਮਤਾ ਅਰੋੜਾ ਮੇਰੇ ਸਾਹਮਣੇ ਬੈਠੇ ਨੇ, ਮਤਲਬ ਇੱਕ ਸ਼ਖਸੀਅਤ ਬਣ ਚੁੱਕੇ ਨੇ, ਸ਼ਹਿਰ 'ਚ ਬਹੁਤ ਪ੍ਰਸਿੱਧ ਨੇ। ਇਹ ਮਮਤਾ ਅਰੋੜਾ ਕਿਵੇਂ ਬਣੇ? ਮਤਲਬ ਸ਼ੁਰੂ ਤੋਂ ਲੈ ਕੇ ਤੁਹਾਡੀ ਪੜ੍ਹਾਈ ਬਾਰੇ ਜਾਂ ਹੋਰ ਕੁਝ ਵੀ ਸਿੱਖਿਆ ਜੋ ਤੁਸੀਂ, ਉਹਦੇ ਬਾਰੇ ਸਾਨੂੰ ਦਰਸ਼ਕਾਂ ਨੂੰ ਦੱਸ ਦਿਓ। ਬਿਲਕੁਲ ਜੀ, ਮੇਰਾ ਵੈਸੇ ਬਰਥ ਪਲੇਸ ਜਿਹੜਾ ਹੈ ਉਹ ਪੱਟੀ ਦਾ ਖੇਮਕਰਨ ਦੇ ਕੋਲ ਦਾ, ਪਾਕਿਸਤਾਨ ਦੇ ਬਾਰਡਰ ਤੇ। ਬਿਲਕੁਲ। ਔਰ ਪੰਜਾਬ ਦੇ ਜਦੋਂ ਹਾਲਾਤ ਖਰਾਬ ਹੋਏ ਸੀ ਤੇ ਉਦੋਂ ਸਾਨੂੰ ਸ਼ਿਫਟ ਕਰਨਾ ਪਿਆ ਸੀ ਹਿਮਾਚਲ। ਮੇਰੀ ਸਟੱਡੀ ਜਿਹੜੀ ਉਹ DAV ਕਾਲਜ ਕਾਂਗੜਾ ਦੀ ਹੈ, ਔਰ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਅੰਮ੍ਰਿਤਸਰ ਕਾਲਜ ਤੋਂ ਮੇਰੀ BEd ਹੋਈ। ਔਰ ਉਸ ਤੋਂ ਬਾਅਦ ਮੈਂ ਕੁਝ ਸਾਲ ਪੜ੍ਹਾਇਆ ਵੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਐਜ਼ ਏ ਮੈਥਸ ਮਿਸਟਰਸ ਜੌਬ ਕੀਤੀ। ਜਦੋਂ ਵਿਆਹ ਹੋਇਆ ਤੇ ਮੇਰੇ ਇਨਲਾਸ ਦੀ ਇਹ ਸ਼ਰਤ ਸੀ ਕਿ ਅਸੀਂ ਜੌਬ ਨਹੀਂ ਕਰਾਣੀ, ਔਰ ਮੈਂ ਵੀ ਉਹਨਾਂ ਨੂੰ ਕਿਹਾ ਸੀ ਕਿ ਜੇ ਘਰ ਬੈਠਿਆਂ ਨੂੰ ਰੋਟੀ ਮਿਲੂਗੀ ਤਾਂ ਮੈਂ ਜੌਬ ਕੀ ਕਰਨੀ ਹੈ, ਕਿ ਮੈਂ ਜੌਬ ਨਹੀਂ ਕਰੂੰਗੀ। ਵਿਆਹ ਬਠਿੰਡਾ ਹੀ ਹੋਇਆ ਸੀ? ਬਿਲਕੁਲ, ਵਿਆਹ ਬਠਿੰਡਾ ਹੋਇਆ ਸੀ। ਔਰ ਵਿਆਹ 'ਤੇ ਨਾ ਮੈਨੂੰ ਡਰਾਇਆ ਬਹੁਤ ਗਿਆ ਸੀ, ਮੇਰੀਆਂ ਸਹੇਲੀਆਂ ਨੇ ਡਰਾਇਆ ਸੀ ਕਿ ਤੁਸੀਂ ਇੱਕ ਰੇਤਲੇ ਇਲਾਕੇ 'ਚ ਜਾ ਰਹੇ ਹੋ, ਔਰ ਤੁਸੀਂ ਖੁਦ ਸੋਚੋ ਹਿਮਾਚਲ ਦੇ ਵਿੱਚ ਰਹਿਣਾ ਤੇ ਵਿਆਹ ਟਾਈਮ ਜਦੋਂ ਇੱਧਰ ਰੇਗਿਸਤਾਨ ਵੱਲ ਆਉਣਾ, ਤਾਂ ਸਾਰਿਆਂ ਨੇ ਕਿਹਾ ਕਿ ਕਿੱਥੇ ਚੱਲੀ ਹੈ, ਰੇਤ ਦੇ ਟਿੱਬੇ ਹੈ ਤੇ ਬਹੁਤ ਉੱਥੇ ਤੇ ਪਾਣੀ ਪੂਣੀ ਹੈ ਨਹੀਂ, ਔਰ ਇੱਕ ਡਰ ਵੀ ਸੀ ਕਿ ਇਹ ਕਿਹੜਾ ਇਲਾਕਾ ਹੈ। ਮੈਮ ਸੌਰੀ, ਮੈਂ ਤੁਹਾਨੂੰ ਟੋਕਦਾ ਵੀ ਸਾਡੇ ਸ਼ਹਿਰ ਨੂੰ ਰੇਤਲਾ ਟਿੱਬੇ ਜਾਂ ਰੇਗਿਸਤਾਨ ਨਾ ਕਹੋ,
ਇਹ ਤਾਂ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਇਹਨੂੰ। ਝੀਲਾਂ ਦਾ ਸ਼ਹਿਰ ਬਿਲਕੁਲ ਹੈਗਾ ਹੈ। ਔਰ ਉਸ ਤੋਂ ਹੋਇਆ ਕੀ ਸੀ ਕਿ ਮੇਰੇ ਨਾਲ ਮੇਰੀਆਂ ਬਹੁਤ ਸਾਰੀਆਂ ਫਰੈਂਡਸ ਆਈਆਂ ਸੀ ਵਿਆਹ ਤੇ। ਜਦੋਂ ਮੇਰਾ ਵਿਆਹ ਬਠਿੰਡੇ ਸੀ ਤੇ ਸਾਰੀਆਂ ਸਹੇਲੀਆਂ ਨੇ ਜਦੋਂ ਐਂਟਰੀ ਕੀਤੀ ਤੇ ਝੀਲਾਂ ਨੇ ਜਦੋਂ ਉਹਨਾਂ ਦਾ ਸਵਾਗਤ ਕੀਤਾ, ਫਿਰ ਥਰਮਲ ਨੇ ਕੀਤਾ, ਫਿਰ ਅਸੀਂ ਮਾਲ ਰੋਡ ਤੋਂ ਟੱਪੇ ਤਾਂ ਮਾਲ ਰੋਡ ਦੇਖ ਕੇ ਉਹਨਾਂ ਨੂੰ ਲੱਗਾ ਕਿ ਹਾਂ ਨਹੀਂ ਇਹ ਜਿਹੜਾ ਝੀਲ ਹੈ, ਥਰਮਲ ਹੈ, ਮਾਲ ਰੋਡ ਹੈ ਤਾਂ ਇਹ ਸ਼ਹਿਰ ਜਿਹੜਾ ਹੈ ਰੇਗਿਸਤਾਨ ਨਹੀਂ ਹੈ। ਤਾਂ ਥੋੜਾ ਜਿਹਾ ਉਹਨਾਂ ਨੂੰ ਵੀ ਹੌਸਲਾ ਆਇਆ ਤੇ ਫਿਰ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ। ਉਸ ਤੋਂ ਬਾਅਦ ਜਦੋਂ ਮੇਰੀ ਮੈਰਿਜ ਇੱਥੇ ਬਠਿੰਡਾ ਹੋ ਗਈ ਤਾਂ ਮੈਂ ਕੁਝ ਸਾਲ ਜਿਵੇਂ 2-2.5 ਸਾਲ ਘਰ ਹੀ ਰਹੀ ਔਰ ਬੇਟੀ ਹੋਈ ਔਰ ਬਿਟੀਆ ਜਦੋਂ ਥੋੜੀ ਬੜੀ ਹੋਈ ਤਾਂ ਇੱਕ ਡਾਇਮੰਡ ਦੀ ਕੰਪਨੀ ਸੀ, ਉਸ ਵਿੱਚ ਮੈਨੂੰ ਜੌਬ ਮਿਲ ਗਈ ਐਜ਼ ਏ ਏਰੀਆ ਮੈਨੇਜਰ। ਹਾਂਜੀ ਐਜ਼ ਏਰੀਆ ਮੈਨੇਜਰ ਜੌਬ ਕੀ ਮਿਲੀ, ਬਸ ਤੁਸੀਂ ਸਮਝ ਲਓ ਕਿ ਕਿਸਮਤ ਨੇ ਇੱਕ ਪਲਟੀ ਇਸ ਤਰ੍ਹਾਂ ਦੀ ਮਾਰੀ ਕਿ ਕਿਤੇ ਤਾਂ ਕਿਹਾ ਜਾਂਦਾ ਸੀ ਕਿ ਜੌਬ ਨਹੀਂ ਕਰਾਣੀ ਤੇ ਘਰ ਬੈਠਣਾ ਹੈ ਔਰ ਕਿਤੇ ਉਹ ਏਰੀਆ ਐਸਾ ਸੀਗਾ ਕਿ ਮੈਨੂੰ ਰੋਜ਼ ਦੀ ਰੋਜ਼ ਹਰਿਆਣਾ, ਰਾਜਸਥਾਨ ਤੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਔਰ ਉਸ ਦੌਰਾਨ ਮੇਰੀ ਇੰਨੀ ਕੁ ਪ੍ਰਮੋਸ਼ਨ ਹੋਈ ਔਰ ਮੈਨੂੰ ਇੰਨਾ ਕੁ ਕਿਸਮਤ ਨੇ ਇੰਨੀ ਕੁ ਮੇਰੀ ਕਿਸਮਤ ਨੇ ਰੰਗ ਦਿਖਾਏ ਕਿ ਮੈਂ ਜਿਹੜੀਆਂ ਚੀਜ਼ਾਂ ਸੋਚ ਵੀ ਨਹੀਂ ਸੀ ਸਕਦੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਕਿ ਵਿਆਹ ਤੋਂ ਬਾਅਦ ਮੈਂ ਤੇ ਮੇਰੇ ਹਸਬੈਂਡ ਅਸੀਂ ਬਾਈਆ ਫੋਰਟ ਹੋਟਲ ਦੇ ਅੱਗੇ ਟੱਪੇ ਤਾਂ ਉਸ ਟਾਈਮ ਉਸ ਹੋਟਲ ਮੈਂ ਇਹਨਾਂ ਨੂੰ ਕਿਹਾ ਕਿ ਇਹ ਹੋਟਲ ਬਹੁਤ ਪਿਆਰਾ ਹੈ ਤੇ ਇਹਨਾਂ ਨੇ ਕਿਹਾ ਹਾਂ ਇਹ ਬਾਈਆ ਫੋਰਟ ਹੋਟਲ ਹੈ, ਇਸ ਸ਼ਹਿਰ ਦਾ ਨਾਮੀ ਹੋਟਲ ਹੈ। ਤਾਂ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਆਪਾਂ ਕਦੀ ਇਸ ਵਿੱਚ ਖਾਣਾ ਵੀ ਖਾਵਾਂਗੇ ਔਰ ਤੁਸੀਂ ਇਹ ਯਕੀਨ ਮੰਨੋ ਕਿ ਉਸ ਕੰਪਨੀ ਤੋਂ ਬਾਅਦ ਮੈਨੂੰ ਪੰਜਾਬ ਦੇ ਸਾਰੇ ਜਿਸ ਤਰ੍ਹਾਂ ਕਹਿ ਲਓ 5 ਸਟਾਰਸ ਹੋਟਲ ਦੇ ਵਿੱਚ ਸਾਡੀਆਂ ਜਿਹੜੀਆਂ ਸੀਗੀਆਂ ਕੰਪਨੀ ਦੀਆਂ ਪਾਰਟੀਆਂ ਹੁੰਦੀਆਂ ਸੀ ਔਰ ਬਾਲੀਵੁੱਡ ਇਕੱਲਾ ਬਾਲੀਵੁੱਡ ਜਾਂ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਸਟਾਰਸ ਦੇ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਉਸ ਕੰਪਨੀ ਤੋਂ ਬਾਅਦ ਜਦੋਂ ਮੇਰੀ ਬੇਟੀ ਬੜੀ ਹੋ ਗਈ ਤਾਂ ਫਿਰ ਮੈਨੂੰ ਉਹ ਕੰਪਨੀ ਛੱਡਣੀ ਪਈ ਬੇਟੀ ਦੀ ਪੜ੍ਹਾਈ ਦੇ ਲਈ। ਉਸ ਤੋਂ ਬਾਅਦ ਜਦੋਂ ਸਾਡਾ ਇੱਕ ਸਰਕਲ ਲੇਡੀਜ਼ ਦਾ ਜਿਹੜਾ ਬਣ ਚੁੱਕਾ ਸੀਗਾ, ਉਹਨਾਂ ਲੇਡੀਜ਼ ਨੇ ਕਹਿਣਾ ਸ਼ੁਰੂ ਕਰਤਾ ਕਿ ਮੈਮ ਜਦੋਂ ਤੋਂ ਤੁਸੀਂ ਉਹ ਕੰਪਨੀ ਦੇ ਵਿੱਚ ਹੀ ਆਪਾਂ ਪਾਰਟੀਆਂ ਵਗੈਰਾ ਬਹੁਤ ਕਰਦੇ ਸੀ ਤਾਂ ਹੁਣ ਕੁਝ ਨਾ ਕੁਝ ਹੋਰ ਸ਼ੁਰੂ ਕਰੋ ਕਿ ਜਿਸ ਦੇ ਨਾਲ ਆਪਾਂ ਬਿਜ਼ੀ ਰਹੀਏ। ਫਿਰ ਅਸੀਂ ਨਾਰੀ ਸ਼ਕਤੀ ਕਲੱਬ ਜਿਹੜਾ ਉਹ ਬਣਾਇਆ। ਤੁਹਾਡੇ ਨਾਮ ਦੇ ਨਾਲ ਆਰਜੇ ਮਮਤਾ ਅਰੋੜਾ ਵੀ ਜੁੜਦਾ ਹੈ। ਰੇਡੀਓ ਚੌਕੀ FM ਦੇ ਵਿੱਚ ਤੁਸੀਂ ਕਾਫੀ ਲੰਮੇ ਟਾਈਮ ਤੋਂ ਤੁਹਾਨੂੰ ਸੁਣਿਆ ਜਾ ਰਿਹਾ ਹੈਗਾ। ਉੱਧਰ ਮਤਲਬ ਤੁਹਾਡੀ ਲਾਈਨ ਕੁਝ ਹੋਰ ਸੀ, ਉੱਧਰ ਕੁਝ ਹੋਰ ਸੀ। ਜਦੋਂ ਡਾਇਮੰਡ ਕੰਪਨੀ ਤੋਂ ਮੈਂ ਜੌਬ ਛੱਡੀ, ਮੇਰੀ ਇੱਕ ਫਰੈਂਡ ਰਾਹੀਂ ਮੈਨੂੰ ਪਤਾ ਲੱਗਾ ਕਿ ਰੇਡੀਓ ਤੇ ਵੀ ਜਿਹੜੀਆਂ ਹੈ ਕਿ ਆਰਜੇ ਦੀਆਂ ਪੋਸਟ ਨਿਕਲੀਆਂ। ਜਦੋਂ ਮੈਂ ਫਾਰਮ ਭਰਿਆ ਮੈਨੂੰ ਲੈਟਰ ਆ ਗਈ, ਮੇਰਾ ਵੌਇਸ ਟੈਸਟ ਹੋਇਆ, ਆਡੀਸ਼ਨ ਹੋ ਗਿਆ। ਚਲੋ ਆਡੀਸ਼ਨ ਤੋਂ ਬਾਅਦ ਵੀ ਮੈਨੂੰ ਇਹ ਚੀਜ਼ ਸੀ ਕਿ ਮੈਂ ਸ਼ਾਇਦ ਨਹੀਂ ਸਿਲੈਕਟ ਹੋਊਂਗੀ। ਉੱਥੇ ਜਾ ਕੇ ਮੇਰਾ ਹੁਨਰ ਬਾਹਰ ਆਇਆ ਤੇ ਜਦੋਂ ਸਕ੍ਰਿਪਟ ਰਾਈਟਿੰਗ ਸ਼ੁਰੂ ਕੀਤੀ ਤਾਂ ਮੈਨੂੰ ਖੁਦ ਬੜੀ ਹੈਰਾਨਗੀ ਹੁੰਦੀ ਸੀ ਕਿ ਮੈਂ ਰਾਤ ਪਹਿਲੇ ਪੜ੍ਹਦੀ ਹੁੰਦੀ ਸੀ ਲਿਖ ਕੇ, ਫਿਰ ਮੈਂ ਦੇਖਦੀ ਹੁੰਦੀ ਸੀ ਕਿ ਅੱਛਾ ਇਹ ਮੈਂ ਲਿਖੀ ਹੈ। ਤਾਂ ਮੈਨੂੰ ਬਹੁਤ ਹੈਰਾਨਗੀ ਹੁੰਦੀ ਸੀ। ਸਾਡਾ ਜਿਹੜਾ ਸਿਲਸਿਲਾ ਚਟਕਾਰੇ ਉਹ ਸ਼ਹਿਰ ਦੇ ਵਿੱਚ ਬਹੁਤ ਹਿੱਟ ਗਿਆ ਔਰ ਉਸ ਚਟਕਾਰੇ ਸਿਲਸਿਲੇ ਨੇ ਮੇਰੀ ਇੱਕ ਪਹਿਚਾਣ ਹੋਰ ਬਣਾ ਦਿੱਤੀ। ਤੇ ਹੁਣ ਵੀ ਤੁਸੀਂ ਆਰਜੇ ਹੋ ਕਿ ਛੱਡ ਚੁੱਕੇ ਹੋ? ਰੇਡੀਓ ਇੱਕ ਨਸ਼ਾ ਹੈ ਕਿ ਜੇ ਤੁਸੀਂ ਹਫਤੇ ਦੇ ਵਿੱਚ ਇੱਕ ਡਿਊਟੀ ਨਹੀਂ ਨਾ ਦਿੰਦੇ ਤਾਂ ਸਾਨੂੰ ਐਂ ਲੱਗਦਾ ਕਿ ਅਸੀਂ ਪਤਾ ਨਹੀਂ ਅੱਜ ਰੋਟੀ ਪਾਣੀ ਖਾ ਵੀ ਰਹੇ ਹਾਂ ਕਿ ਨਹੀਂ ਖਾ ਰਹੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਛੱਡਣਾ ਪਿਆ, ਫਿਰ ਇੱਥੇ ਆ ਗਏ, ਜੋ ਕਿੱਟੀਜ਼ ਦਾ ਮਤਲਬ ਚਲੋ ਤੁਸੀਂ ਨਾਰੀ ਸ਼ਕਤੀ ਕਲੱਬ ਬਣਾ ਲਿਆ, ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਐਡਾ ਵੱਡਾ ਸਮੂਹ ਹੈ ਤੁਹਾਡੇ ਨਾਲ ਔਰਤਾਂ ਦਾ ਜਾਂ ਹੋਰ, ਵੀ ਤੁਸੀਂ ਸਮਾਜ ਸੇਵਾ ਵਾਲੇ ਪਾਸੇ ਕਿਉਂ ਨਹੀਂ ਕੋਈ ਕੋਸ਼ਿਸ਼ ਕਰਦੇ ਜਾਂ ਕੋਈ ਕਿਉਂ ਨਹੀਂ ਕੀਤਾ ਜਾ ਰਿਹਾ ਸਮਾਜ ਸੇਵਾ ਦਾ ਕੰਮ? ਨਹੀਂ, ਇਹ ਗੱਲ ਨਹੀਂ ਹੈ ਕਿ ਅਸੀਂ ਸਮਾਜ ਸੇਵਾ ਨਹੀਂ ਕਰਦੇ, ਪਰ ਸਮਾਜ ਸੇਵਾ ਸਾਰੀਆਂ ਲੇਡੀਜ਼ ਕਰਦੀਆਂ ਨੇ। ਸਾਡੇ ਕਲੱਬ ਵਾਲੇ ਵੀ ਕਰਦੇ, ਪਰ ਉਹ ਇਸ ਤਰ੍ਹਾਂ ਨਹੀਂ ਕਰਦੇ ਜਿਸ ਤਰ੍ਹਾਂ ਅੱਜ ਕੱਲ੍ਹ ਹੋ ਜਾਂਦਾ ਕਿ ਆਪਾਂ ਮਾਸਕ ਵੰਡੇ ਤੇ ਫੋਟੋ ਖਿਚਾ ਕੇ ਤੇ ਆਪਾਂ ਉਹਨੂੰ ਸੋਸ਼ਲ ਮੀਡੀਆ ਤੇ ਪਾ ਲਿਆ। ਜ਼ਿਆਦਾਤਰ ਲੇਡੀਜ਼ ਕਹਿੰਦੀਆਂ ਕਿ ਅਸੀਂ ਲਾਈਮਲਾਈਟ 'ਚ ਆਉਣਾ ਹੀ ਨਹੀਂ ਹੈ। ਮੈਂ ਐਗਜ਼ਾਮਪਲ ਦਿੰਦੀ ਹਾਂ ਕਿ ਇੱਕ ਸਾਡੇ ਕਲੱਬ ਦੇ ਬਹੁਤ ਐਕਟਿਵ ਮੈਂਬਰ ਹੈ ਸੁਨੀਤਾ ਮੈਮ। ਉਹਨਾਂ ਨੇ ਕੀ ਕੀਤਾ ਸੀਗਾ ਕਿ ਇੱਕ ਲੜਕੀ ਨੂੰ ਛੋਟੇ ਨੂੰ ਕਰੰਟ ਲੱਗ ਗਿਆ ਸੀਗਾ ਤਾਂ ਉਹਨਾਂ ਨੇ 1.5 ਲੱਖ ਰੁਪਈਆ ਸਾਡੇ ਕਲੱਬ 'ਚੋਂ ਤੇ ਬਾਹਰੋਂ ਇਕੱਠਾ ਕਰਕੇ ਉਹਨਾਂ ਨੇ ਲੜਕੇ ਨੂੰ ਦਿੱਤਾ, ਉਹਦੀ ਜਾਨ ਬਚਾਈ। ਬਟ ਉਹਨਾਂ ਨੇ ਕੋਈ ਸੋਸ਼ਲ ਮੀਡੀਆ ਤੇ ਪਾਉਣ ਨਹੀਂ ਦਿੱਤਾ। ਫਿਰ ਸਕੂਲ ਨੂੰ ਕਿਸੇ ਨੇ ਪੇਂਟ ਕਰਾਉਣਾ ਹੈ, ਗਰਲਸ ਦੀ ਕਿਸੇ ਨਾਲ ਐਜੂਕੇਸ਼ਨ ਸਪਾਂਸਰ ਕਰਨੀ ਹੈ, ਕੁਝ ਅਸੀਂ ਬੱਚੇ ਸਪਾਂਸਰ ਕੀਤੇ ਆ ਜਿਨ੍ਹਾਂ ਦੀ ਅਸੀਂ ਸਟੱਡੀ ਕਰਵਾਉਂਦੇ ਹਾਂ। ਕਈਆਂ ਨੇ ਘਰ ਅਡਾਪਟ ਕੀਤੇ ਆ ਜਿਨ੍ਹਾਂ ਦਾ ਰਾਸ਼ਨ ਪਾਣੀ ਦਿੰਦੇ ਆ। ਵਾਣੀ ਮੈਮ ਆ, ਉਹਨਾਂ ਨੇ 2 ਲੜਕੀਆਂ ਦੇ ਮੈਰਿਜ ਦਾ ਅਰੇਂਜਮੈਂਟ ਸਾਰਾ ਕੀਤਾ, ਬਟ ਉਹ ਨਹੀਂ, ਉਹ ਕਹਿੰਦੇ ਅਸੀਂ ਲਾਈਮਲਾਈਟ ਦੇ ਵਿੱਚ ਆਉਣਾ, ਤਾਂ ਉਹ ਨਹੀਂ ਆਉਂਦੇ। ਚਲੋ ਵਧੀਆ ਗੱਲ ਹੈ ਕਿ ਜਿਵੇਂ ਆਪਾਂ ਕਹਿੰਦੇ ਨੇ ਕਿ ਧਾਰਮਿਕ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜਾ ਦਾਨ ਗੁਪਤ ਦਿੱਤਾ ਜਾਵੇ ਉਹ ਜ਼ਿਆਦਾ ਬੰਦ ਕਰਕੇ ਇਸ ਤਰ੍ਹਾਂ ਦਿਓ ਕਿ ਕਿਸੇ ਨੂੰ ਪਤਾ ਨਾ ਲੱਗੇ। ਪਰ ਇੱਕ ਗੱਲ ਦੂਸਰੀ ਵੀ ਆਪਾਂ ਕਹਿ ਸਕਦੇ ਹਾਂ ਕਿ ਜੇ ਉਹ ਮੁੱਠੀ ਖੋਲ੍ਹ ਕੇ ਦਿੱਤੀ ਜਾਵੇ ਤਾਂ ਜਿੰਨੇ ਵੱਧ ਲੋਕਾਂ ਨੂੰ ਪਤਾ ਲੱਗੇਗਾ ਤਾਂ ਉਹ ਦੇਖਾ ਦੇਖੀ ਹੋਰ ਵੀ ਇਸ ਲਾਈਨ 'ਚ ਆ ਸਕਦੇ ਨੇ ਜਾਂ ਸਮਾਜ ਸੇਵਾ ਨੂੰ
ਮਤਲਬ ਅਪਣਾ ਸਕਦੇ ਨੇ, ਫਿਰ ਉਹ ਕਿਉਂ ਨਹੀਂ ਸੋਚਿਆ? ਬਿਲਕੁਲ ਤੁਹਾਡੀ ਵੈਸੇ ਗੱਲ ਸਹੀ ਹੈ, ਪਰ ਅੱਜ ਕੱਲ ਚੀਜ਼ ਉਹ ਚੀਜ਼ ਨਾ ਉਹ ਨਹੀਂ ਆ ਰਹੀ। ਅੱਜ ਕੱਲ ਕੀ ਆ ਰਿਹਾ ਕਿ ਆਪਾਂ ਕੀ ਕਰ ਰਹੇ ਹਾਂ ਕਿ ਦੋ ਚੀਜ਼ਾਂ ਦੇ ਕੇ ਤੇ ਉਹਦੀ ਐਡ ਬਹੁਤ ਜ਼ਿਆਦਾ ਕਰ ਰਹੇ ਹਾਂ। ਕਿਸੇ ਨੂੰ ਥੋੜਾ ਦਿੱਤਾ ਤੇ ਦਿਖਾ ਬਹੁਤ ਦਿੱਤਾ। ਉਹ ਸਿਰਫ ਤੇ ਸਿਰਫ ਕੀ ਹੋ ਜਾਂਦਾ, ਮੈਨੂੰ ਲੱਗਦਾ ਕਿ ਉਹ ਡੋਨੇਸ਼ਨ ਇਕੱਠਾ ਕਰਨ ਦਾ ਇੱਕ ਮੁੱਦਾ ਬਣ ਚੁੱਕਾ ਹੈ। ਇਹ ਇਸ਼ਾਰਾ ਤੁਹਾਡਾ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਸ਼ਹਿਰ 'ਚ ਨੇ ਉਹਨਾਂ ਵੱਲ ਮੈਂ ਹੈ? ਸਾਰਿਆਂ ਨੂੰ ਨਹੀਂ ਕਹਿੰਦੀ, ਇੱਥੇ ਇਹ ਚੀਜ਼ ਨਹੀਂ ਕਿ ਸਾਰੇ ਇੰਜ ਕਰ ਰਹੇ ਨੇ। ਬਠਿੰਡਾ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਬਹੁਤ ਕੰਮ ਕੀਤਾ, ਉਹ ਐਗਜ਼ਾਮਪਲ ਨੇ। ਪਰ ਇਹ ਨਹੀਂ ਮੈਂ ਕਹਿੰਦੀ ਕਿ 99% ਇਹ ਸਾਰੇ ਹੀ ਇਸ ਤਰ੍ਹਾਂ ਦੇ ਨਹੀਂ। ਮੈਂ ਸਾਰਿਆਂ ਨੂੰ ਨਹੀਂ ਕਹਿੰਦੀ, ਬਹੁਤ ਸਾਰੇ ਜੁੜੇ ਹੋਏ ਸੀ ਮੇਰੇ ਨਾਲ ਕੋਵਿਡ ਦੇ ਦੌਰ ਦੇ ਵਿੱਚ। ਜਿਸ ਦੀ ਇੱਕ ਐਗਜ਼ਾਮਪਲ ਦਿੰਦੀ ਆ ਕਿ ਆਪਣੇ ਨਾਲ ਮੇਰੇ ਨਾਲ ਜਿਹਨੇ ਨਾਰੀ ਸ਼ਕਤੀ ਕਲੱਬ ਦੀਆਂ ਜਿਹੜੀਆਂ ਲੇਡੀਜ਼ ਕੁਝ ਕਰਨਾ ਚਾਹੁੰਦੀਆਂ ਸੀ, ਉਹ ਸਾਡੇ ਘਰ ਸਮਾਨ ਪਹੁੰਚਾ ਦਿੰਦੀਆਂ ਸੀ ਤੇ ਸਾਡੇ ਘਰੋਂ ਜਿਸ ਤਰ੍ਹਾਂ ਕਿ ਕੋਈ ਸਮਾਜ ਸੇਵੀ ਲੈ ਕੇ ਜਾਂਦੇ ਸੀਗੇ ਨਾ, ਉਹਨਾਂ ਨੇ ਉਹ ਦਿਖਾਉਂਦੇ ਸੀ ਕਿ ਅਸੀਂ ਕਿਹਨਾਂ ਨੂੰ ਵੰਡ ਕੇ ਆਏ ਹਾਂ, ਪਰ ਮੈਨੂੰ ਪਤਾ ਸੀਗਾ ਕਿ ਉਹ ਬਹੁਤ ਪ੍ਰੋਪਰ ਵੰਡ ਰਹੇ ਨੇ ਤੇ ਨਾ ਹੀ ਉਹ ਦੱਸਣਾ ਚਾਹੁੰਦੀਆਂ ਸੀ। ਲੇਡੀਜ਼ ਲਾਈਮਲਾਈਟ 'ਚ ਨਹੀਂ ਆਉਣਾ ਚਾਹੁੰਦੀ। ਕਲੱਬ ਦੀ ਇੱਕ ਲੇਡੀ ਸਿਮਰਨ ਸ਼ਰਮਾ, ਉਹ ਰੋਜ਼ ਦਾ 400 ਰੋਟੀਆਂ ਬਣਾ ਕੇ ਉਹ ਵੰਡਦੇ ਰਹੇ ਨੇ, ਪਰ ਉਹ ਵੀ ਇਹ ਸ਼ੋਅ ਨਹੀਂ ਕਰਦੇ ਸੀ, ਦੱਸਦੇ ਨਹੀਂ ਸੀਗੇ। ਉਹ ਵੀ ਲਾਈਮਲਾਈਟ 'ਚ ਨਹੀਂ ਆਉਣਾ ਚਾਹੁੰਦੇ ਸੀ। ਤੁਹਾਡੇ ਤੇ ਇੱਕ ਦੋਸ਼ ਲੱਗਦਾ ਅਕਸਰ ਕਿ ਤੁਸੀਂ ਆਪਦੇ ਕਲੱਬ ਦੇ ਵਿੱਚ, ਤੁਸੀਂ ਪ੍ਰਧਾਨ ਹੋ ਕਲੱਬ ਦੇ, ਜੀ ਤੁਸੀਂ ਪਾਰਸ਼ਲਿਟੀ ਬਹੁਤ ਕਰਦੇ ਹੋ। ਜੀ ਮਤਲਬ ਇਹ ਇੱਕ ਨਹੀਂ, ਕਈ ਲੇਡੀਜ਼ ਕਹਿੰਦੀਆਂ ਨੇ ਜੀ ਨਹੀਂ, ਤੁਸੀਂ ਵੈਸੇ ਕਹਿ ਸਹੀ ਸਕਦੇ ਹੋ ਕਿ ਇਹ ਵੀ ਪਾਰਸ਼ਲਿਟੀ ਕਰਦੇ ਹੋ ਤੁਸੀਂ। ਨਹੀਂ, ਇਹ ਮੁੱਦਾ ਜ਼ਰੂਰ ਉੱਠਦਾ ਹੈ। ਹੁੰਦਾ ਕੀ ਹੈ ਕਿ ਜਦੋਂ ਅਸੀਂ ਕੋਈ ਕੰਪੀਟੀਸ਼ਨ ਰੱਖਦੇ ਆ ਨਾ, ਤੇ ਉਸ ਦੇ ਵਿੱਚ ਅਸੀਂ ਫਸਟ ਸੈਕਿੰਡ ਥਰਡ ਕੱਢਣਾ ਹੁੰਦਾ ਕਿ ਉਹ ਪਹਿਲਾਂ ਤਾਂ ਅਸੀਂ ਕਲੱਬ ਦੀਆਂ ਲੇਡੀਜ਼ ਹੀ ਕੱਢਦੇ ਸੀ। ਜਦੋਂ ਸਾਡੇ ਤੇ ਦੋਸ਼ ਲੱਗਣਾ ਸ਼ੁਰੂ ਹੋ ਗਿਆ, ਫਿਰ ਅਸੀਂ ਕੀ ਕਰਨਾ ਸ਼ੁਰੂ ਕਰਤਾ ਕਿ ਸ਼ਹਿਰ ਦੇ ਹੀ ਚੰਗੀਆਂ ਲੇਡੀਜ਼ ਜਿਹੜੀਆਂ ਕੋਈ ਚੰਗੇ ਲੈਕਚਰਰ ਹੋ ਗਏ, ਪ੍ਰੋਫੈਸਰਸ ਹੋ ਗਏ, ਉਹਨਾਂ ਨੂੰ ਅਸੀਂ ਬਿਠਾ ਦਿੰਦੇ ਸੀਗੇ ਕਿ ਜੱਜਮੈਂਟ ਤੇ ਕਿ ਤੁਸੀਂ ਆ ਕੇ ਜੋ ਫੈਸਲਾ ਕਰ ਦਿਓ ਕਿ ਸਾਨੂੰ ਮਨਜ਼ੂਰ ਹੈ। ਫਿਰ ਉਹਨਾਂ ਨੇ ਕੱਢਣਾ ਸ਼ੁਰੂ ਕਰਤਾ, ਬਟ ਫਿਰ ਵੀ ਇਹ ਮੁੱਦਾ ਉੱਠਦਾ ਗਿਆ। ਉਸ ਦੇ ਵਿੱਚ ਕੀ ਹੋ ਜਾਂਦਾ ਕਿ ਜਿਹੜਾ ਨਹੀਂ ਨਿਕਲਦਾ ਉਹ ਕਿਤੇ ਨਾ ਕਿਤੇ ਫਿਰ ਆਪਣੇ, ਮੈਨੂੰ ਲੱਗਦਾ ਕਿ ਉਹ ਇਹ ਕਹਿ ਦਿੰਦੇ ਕਿ ਉੱਥੇ ਮੈਂ ਤਾਂ ਬਹੁਤ ਵਧੀਆ ਕੰਮ ਕੀਤਾ ਸੀ, ਮੈਨੂੰ ਕੱਢਿਆ ਨਹੀਂ ਗਿਆ। ਪਰ ਇਸ ਮੁੱਦੇ ਤੇ ਮੈਂ ਨਾ ਨਿਕਲ ਨਹੀਂ ਸਕਦੀ ਇਸ ਕਸ਼ਮਕਸ਼ ਕਿ ਇਹ ਲਾਸਟ ਦੇ ਆ ਕੇ ਮੁੱਦਾ ਉੱਠਦਾ ਹੀ ਉੱਠਦਾ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਜਿਹੜੇ ਮਤਲਬ ਇਹ ਇੱਕ ਗੱਲ ਪ੍ਰਚਲਿਤ ਹੈ ਕਿ ਲੇਡੀਜ਼ ਦੇ ਵਿੱਚ ਈਰਸ਼ਾ ਦੀ ਭਾਵਨਾ ਬਹੁਤ ਹੁੰਦੀ ਹੈ? ਨਹੀਂ, ਸਾਰਿਆਂ 'ਚ ਨਹੀਂ ਹੁੰਦੀ, ਪਰ ਮਤਲਬ ਹੁੰਦੀ ਹੈ। ਨਹੀਂ, ਪਰ ਹੁੰਦੀ ਹੈ ਇਹ ਗੱਲ। ਮੈਂ ਚਲੋ ਤੁਸੀਂ ਵੀ ਕਹਿ ਸਕਦੇ ਹੋ, ਪਰ ਮੈਂ ਮੰਨ ਲੈਂਦੀ ਕਿ ਇਹ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਇਹ ਨਹੀਂ ਕਹਿੰਦੀ ਕਿ ਸਾਰੀਆਂ ਲੇਡੀਜ਼ ਦੇ ਵਿੱਚ ਹੈ, ਪਰ ਕਿਤੇ ਨਾ ਕਿਤੇ ਮੁੱਦਾ ਉੱਠਦਾ। ਇੱਕ ਆਉਣ ਵਾਲੇ ਦਿਨਾਂ 'ਚ ਸ਼ਾਇਦ ਸੰਡੇ ਤੁਹਾਡਾ ਕੋਈ ਫੰਕਸ਼ਨ ਹੋ ਰਿਹਾ ਹੈਗਾ, ਉਹ 'ਚ ਤੁਸੀਂ ਬਹੁਤ ਸਾਰੇ ਲੇਡੀਜ਼ ਨੂੰ ਅਵਾਰਡ ਦੇ ਰਹੇ ਹੋ। ਜੀ, ਉਹਦੇ ਵਾਸਤੇ ਵੀ ਕੁਝ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਚੁੰਝ ਚਰਚਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਤੁਸੀਂ ਆਪਦੇ ਚਹੇਤਿਆਂ ਨੂੰ ਜਾਂ ਮਤਲਬ ਇੱਕ ਵੱਟਾ ਅਲੱਗ ਪਾਸੇ ਰੱਖ ਕੇ ਉਹਨਾਂ ਨੂੰ ਤੁਸੀਂ ਅਵਾਰਡ ਦੇ ਰਹੇ ਹੋ ਤੇ ਕੁਝ ਜਿਹੜੇ ਹੱਕਦਾਰ ਸੀ ਉਹਨਾਂ ਨੂੰ ਛੱਡਿਆ ਵੀ ਗਿਆ। ਨਹੀਂ, ਬਿਲਕੁਲ ਤੁਸੀਂ ਜਿਹੜਾ ਇਹ ਮੁੱਦਾ ਜਿਹੜਾ ਕਹਿ ਰਹੇ ਹੋ ਨਾ, ਮੈਂ ਇਸ ਗੱਲ ਨੂੰ ਐਗਰੀ ਹਾਂ। ਅਸੀਂ ਅਵਾਰਡ ਦੇ ਰਹੇ ਹਾਂ, ਪਰ ਅਸੀਂ ਕੀ ਕੀਤਾ ਸੀ, ਨੋਮੀਨੇਸ਼ਨ ਲਏ ਸੀਗੇ। ਨੋਮੀਨੇਸ਼ਨ ਦੇ ਵਿੱਚ ਕਲੱਬ ਦੇ ਮੈਂਬਰਸ ਨੇ ਮਿਲ ਕੇ ਹੀ ਫਾਈਨਲ ਕੀਤਾ ਕਿ ਆਪਾਂ ਕਿਹਨਾਂ ਨੂੰ ਦੇਣਾ ਹੈ। ਔਰ ਹਾਰਡਲੀ ਕਲੱਬ ਦੇ ਸਿਰਫ 6 ਜਾਂ 7 ਮੈਂਬਰਸ ਹੈ ਜਿਹੜੇ ਕਿ ਅਵਾਰਡ ਲੈ ਰਹੇ ਹੈ, ਔਰ ਬਾਕੀ ਸ਼ਹਿਰ ਦੇ ਕਾਫੀ ਡਾਕਟਰਸ ਹੈ, ਔਰ 12 ਡਾਕਟਰਸ ਹੈ ਜਿਹੜੇ ਕਿ ਅਵਾਰਡ ਲੈ ਰਹੇ ਹੈ। ਸਕੂਲਸ ਦੇ ਪ੍ਰਿੰਸੀਪਲਸ ਹੈ, 12-13 ਪ੍ਰਿੰਸੀਪਲਸ ਹੈ। ਫਿਰ ਅਸੀਂ ਫਾਈਨਾਂਸ ਵਾਲੀਆਂ ਲੇਡੀਜ਼ ਲਈਆਂ, ਔਰ ਮੇਰੇ ਖਿਆਲ ਤੇ ਜਿਹੜੇ ਬਾਕੀ ਦੇ 50 ਮੈਂਬਰਸ ਦੇ ਵਿੱਚੋਂ ਜੇ 7 ਕੱਢ ਲਈਏ, 43 ਉਹ ਮੈਂਬਰਸ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਔਰ ਜੇ ਤੁਸੀਂ ਦੇਖੋਗੇ ਕਿ ਬਠਿੰਡਾ ਦੇ ਵਿੱਚ ਨੀਅਰ ਅਬਾਊਟ 4 ਲੱਖ ਲੇਡੀਜ਼ ਹੋਣਗੀਆਂ, ਤਾਂ ਉਹਨਾਂ ਤੋਂ ਅਸੀਂ ਸਿਰਫ 50 ਨੂੰ ਦੇ ਰਹੇ ਹਾਂ। ਤਾਂ ਹੁਣ ਬਾਕੀ ਦੇ ਜਿਹੜੇ ਰਹਿ ਗਏ, ਮੇਰਾ ਦਿਲ ਸੱਚੀ ਗੱਲ ਹੈ ਕਿ ਦੁਖਦਾ ਹੈ ਕਿ ਉਹਨਾਂ ਨੂੰ ਵੀ ਅਵਾਰਡ ਦੇਣਾ ਚਾਹੀਦਾ ਹੈ। ਪਰ ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ, ਇਹਦਾ ਨਾਮ ਰੱਖਿਆ ਸੀ ਪ੍ਰਾਈਡ ਆਫ ਬਠਿੰਡਾ। ਇਹਦਾ ਫਸਟ ਪਾਰਟ ਅੱਜ ਤੋਂ 3-4 ਸਾਲ ਪਹਿਲੇ ਕੀਤਾ ਸੀ ਅਸੀਂ, ਇਹ ਸੈਕਿੰਡ ਹੈ। ਔਰ ਮੈਂ ਕਹਿੰਦੀ ਹਾਂ ਕਿ ਲੇਡੀਜ਼ ਇਸੇ ਤਰ੍ਹਾਂ ਅੱਗੇ ਵੱਧਦੀਆਂ ਰਹਿਣ ਤੇ ਅਸੀਂ ਇਹਦਾ 3rd ਸੀਰੀਜ਼ 4th ਸੀਰੀਜ਼ ਅਸੀਂ ਦੇਵਾਂਗੇ, ਸਾਰਿਆਂ ਨੂੰ ਪ੍ਰਾਈਜ਼ ਦੇਵਾਂਗੇ। ਮਮਤਾ ਜੀ, ਤੁਸੀਂ ਸਮਾਜ ਸੇਵਾ ਦੇ ਖੇਤਰ 'ਚ ਵੀ ਕਹਿ ਰਹੇ ਹੋ ਕਿ ਤੁਸੀਂ ਕਾਫੀ ਸਮਾਜ ਸੇਵਾ ਕਰ ਰਹੇ ਹੋ, ਮਤਲਬ ਨਾਰੀ ਸ਼ਕਤੀ ਕਲੱਬ ਵੀ ਬਣਾਇਆ ਹੋਇਆ, ਸੈਂਕੜੇ ਲੇਡੀਜ਼ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ, ਮਤਲਬ ਪ੍ਰੋਗਰਾਮ ਕਰਵਾ ਰਹੇ ਹੋ। ਇਹਦਾ ਕੋਈ ਵੀ ਕੰਮ ਜਦੋਂ ਆਪਾਂ ਕੋਈ ਕਰਦਾ ਹੈਗਾ ਤਾਂ ਉਹਦੇ 'ਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਸਵਾਰਥ ਜ਼ਰੂਰ ਛੁਪਿਆ ਹੁੰਦਾ। ਉਹ ਕਮਾਈ ਵੀ ਹੋ ਸਕਦੀ ਹੈ, ਜਾਂ ਕਿ ਮੈਂ ਬਹੁਤ ਵਾਰ ਦੇਖਿਆ ਕਿ ਉਹ ਲੋਕ ਜਿਹੜੇ ਸਮਾਜ ਸੇਵਾ ਜੁੜੇ ਹੋਏ ਨੇ ਉਹ ਰਾਜਨੀਤੀ 'ਚ ਆ ਜਾਂਦੇ ਨੇ ਕਿਸੇ ਨਾ ਕਿਸੇ ਰੂਪ 'ਚ। ਕੁਛ ਇਹੋ ਜਿਹਾ ਵੀ ਮਨਸ਼ਾ ਹੈਗੀ? ਨਹੀਂ, ਬਿਲਕੁਲ ਨਹੀਂ। ਨਹੀਂ, ਮੈਨੂੰ ਬਹੁਤ ਜਾਣਿਆਂ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਤੁਹਾਨੂੰ ਆਉਣਾ ਚਾਹੀਦਾ, ਕਿਉਂਕਿ ਬਠਿੰਡਾ ਦੇ ਵਿੱਚ ਬਹੁਤ ਸਰਕਲ ਹੈ, 2 ਤੋਂ 3 ਹਜ਼ਾਰ ਲੇਡੀਜ਼ ਸਾਡੇ ਨਾਲ ਜੁੜੀਆਂ ਹੋਈਆਂ ਨੇ। ਪਰ ਰਾਜਨੀਤੀ 'ਚ ਮੈਂ ਨਹੀਂ ਆਉਣਾ ਚਾਹੁੰਦੀ, ਕਿਉਂਕਿ ਮੈਂ ਇੱਕ ਗੱਲ ਦੇਖੀ ਹੈ ਕਿ ਜੇ ਕੋਈ ਚੰਗਾ ਸਮਾਜ ਸੇਵੀ ਹੈ
ਤਾਂ ਉਹ ਚੰਗਾ ਰਾਜਨੀਤਿਕ ਜਿਹੜਾ ਪਰਸਨ ਨਹੀਂ ਬਣ ਸਕਦਾ, ਹਾਂਜੀ। ਚੰਗਾ ਇੱਕ ਪੋਲੀਟੀਸ਼ੀਅਨ ਨਹੀਂ ਬਣ ਸਕਦਾ। ਤੁਸੀਂ ਫਿਰ ਇੱਥੇ ਕੰਟਰੋਵਰਸੀ ਕਰੋਗੇ ਮੇਰੇ ਨਾਲ, ਪਰ ਮੈਂ ਤੇ ਇਸ ਗੱਲ ਦੇ ਨਾਲ ਮੈਂ ਪੱਕੀ ਉੱਥੇ ਜੁੜੀ ਹੋਈ ਹਾਂ ਕਿ ਜੇ ਚੰਗੀ ਤੁਸੀਂ ਅੱਜ ਰਾਜਨੀਤੀ ਕਰਨੀ ਹੈ ਨਾ, ਤਾਂ ਫਿਰ ਉਹ ਰਾਜਨੀਤੀ ਤੁਸੀਂ ਇੱਕ ਸਮਾਜ ਸੇਵਾ ਦੇ ਤੌਰ ਤੇ ਨਹੀਂ ਕਰ ਸਕਦੇ, ਇੱਕ ਰਾਜਨੀਤਿਕ ਪਰਸਨ ਨਹੀਂ ਕਰ ਸਕਦਾ। ਪਰ ਜੇ ਤੁਸੀਂ ਪਰਸਨ ਕਿਉਂ ਨਹੀਂ ਕਰ ਸਕਦੇ ਜੀ? ਜੇ ਕੋਈ ਸਿਆਸੀ ਬੰਦਾ ਹੈ, ਉਹਦੇ ਕੋਲੇ ਪਾਵਰ ਹੈ, ਉਹਦੇ ਕੋਲੇ ਸਰਕਾਰ ਦੀਆਂ ਸਹੂਲਤਾਂ ਵੀ ਹੁੰਦੀਆਂ, ਉਹ ਮੇਰੇ ਖਿਆਲ ਦਾ ਜ਼ਿਆਦਾ ਵਧੀਆ ਸਮਾਜ ਸੇਵਾ ਕਰ ਸਕਦਾ ਹੈ। ਨਹੀਂ ਕਰ ਸਕਦਾ ਹੈ, ਪਰ ਉਹਨੂੰ ਸਮਾਜ ਜਿਹੜਾ ਉਹ ਕਰਨ, ਜਾਂ ਤਾਂ ਪਹਿਲੀ ਗੱਲ ਉਹਨੂੰ ਦਿੰਦਾ ਨਹੀਂ, ਤੇ ਜਾਂ ਫਿਰ ਉਹ ਅੱਜ ਜੇ ਰਾਜਨੀਤੀ ਕਰਨੀ ਹੈ ਨਾ, ਅੱਜ ਉਹ ਚੀਜ਼ ਨਹੀਂ ਹੈਗੀ। ਕਿਉਂਕਿ ਮੈਂ ਇਹ ਦੇਖ ਰਹੀ ਕਿ ਰਾਜਨੀਤੀ ਇੱਕ ਬਹੁਤ ਗੰਦੀ ਗੇਮ ਬਣ ਚੁੱਕੀ ਹੈ। ਤੁਸੀਂ ਇਸ ਗੱਲ ਨੂੰ ਲੈ ਕੇ ਚੱਲੋ ਕਿ ਜੇ ਕਿਤੇ ਕੋਈ ਮਰ ਜਾਂਦਾ ਹੈ ਤਾਂ ਉੱਥੇ ਤੁਹਾਨੂੰ ਇਹ ਇੱਕ ਤਾਂ ਆਪਾਂ ਹੋ ਜਾਂਦਾ ਕਿ ਇਹ ਮਰ ਗਿਆ ਵਿਚਾਰਾ, ਉੱਥੇ ਰਾਜਨੀਤੀ ਹੋ ਜਾਂਦੀ ਹੈ ਕਿ ਇਸ ਦੀ ਮੌਤ ਤੇ ਅਸੀਂ ਕਿਸ ਤਰ੍ਹਾਂ ਦਾ ਬੈਨੀਫਿਟ ਉਠਾਈਏ। ਉਹ ਚੀਜ਼ ਬਹੁਤ ਗਲਤ ਲੱਗਦੀ ਹੈ। ਅਸੀਂ ਆਮ ਹੀ ਦੇਖਦੇ ਹਾਂ, ਕੋਈ ਵੀ ਸਮਾਜ ਸੇਵੀ ਹੈ ਜਾਂ ਅੱਛਾ ਲੀਡਰ ਹੈ ਜਾਂ ਕਿਸੇ ਸਮਾਜ ਦੇ ਹੋਰ ਹਿੱਸੇ ਨਾਲ ਜੁੜਿਆ ਹੋਇਆ, ਬੜਾ ਸੌਖਾ ਕਹਿ ਦਿੰਦਾ ਹੈ ਕਿ ਰਾਜਨੀਤੀ ਬਹੁਤ ਮਾੜੀ ਹੈ, ਰਾਜਨੇਤਾ ਬਹੁਤ ਮਾੜੇ ਨੇ। ਪਰ ਜੇ ਅੱਛੇ ਲੋਕ ਇਸ ਫੀਲਡ 'ਚ ਆਉਣਗੇ ਹੀ ਨਹੀਂ, ਤਾਂ ਰਾਜਨੀਤੀ ਤਾਂ ਪਹਿਲਾਂ ਵੀ ਮਾੜੀ ਸੀ ਤੇ ਹੁਣ ਵੀ ਮਾੜੀ ਹੈ ਤੇ ਅੱਗੇ ਮਾੜੀ ਵੀ ਰਹੇਗੀ। ਪਰ ਤੁਸੀਂ ਇੱਕ ਗੱਲ ਇਹ ਵੀ ਤਾਂ ਮੰਨ ਸਕਦੇ ਹੋ ਨਾ ਕਿ ਜੇ ਕਿਸੇ ਨੇ ਚੋਣਾਂ ਲੜਨੀ ਹੈ, ਕਿਸੇ ਨੇ ਚੋਣਾਂ ਲੜਨੀ ਹੈ, ਤਾਂ ਜਿੱਥੇ ਕਿ ਪੋਸਟਰ ਬਣਦੇ ਨੇ, ਇੱਕ ਔਰਤ ਨੂੰ ਇੰਨੀ ਵੀ ਇਜਾਜ਼ਤ ਨਹੀਂ ਹੈ ਕਿ ਉਹ ਇਕੱਲਾ ਆਪਣਾ ਪੋਸਟਰ ਲਗਾਏਗੀ। ਉਹ ਆਪਣੇ ਪੋਸਟਰ ਦੇ ਨਾਲ ਉਹਦੇ ਹਸਬੈਂਡ ਦਾ ਪੋਸਟਰ ਲੱਗੇਗਾ ਤਾਂ ਹੀ ਉਹ ਮਾਰਕੀਟ ਦੇ ਵਿੱਚ ਜਿਹੜਾ ਹੈ ਕਿ ਉਹ ਲੱਗਦਾ, ਨਹੀਂ ਤਾਂ ਉੱਥੇ ਹੀ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਮਰਦ ਪ੍ਰਧਾਨ ਸਮਾਜ 'ਚ ਲੇਡੀਜ਼ ਨੂੰ ਫਿਰ ਵੀ ਆਪਣੇ ਹਸਬੈਂਡ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਗੱਲ ਮਾੜੀ ਨਹੀਂ, ਲੈਣਾ ਚਾਹੀਦਾ ਹੈ, ਪਰ ਇੱਕ ਔਰਤ ਲਈ ਚੋਣਾਂ ਲੜਨੀਆਂ ਤੇ ਇਸ ਖੇਤਰ 'ਚ ਨਾ ਮੈਨੂੰ ਔਖਾ ਲੱਗ ਰਿਹਾ ਹੈ। ਤੁਸੀਂ ਇਹ ਦੇਖੋ, ਕਿਤੇ ਵੀ ਤੁਸੀਂ ਚੋਣ ਪ੍ਰਚਾਰ ਲਈ 5 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਜੇ ਉਹ 2 ਜਾਂ 3 ਜੈਂਟਸ ਨਾਲ ਖੜੀ ਹੋਏਗੀ ਤਾਂ ਉਹਨੂੰ ਮਿੰਟ ਦੇ ਵਿੱਚ ਉਹਦਾ ਜਿਹੜਾ ਤੁਸੀਂ ਅਗਲਾ ਤੇ ਪਿਛਲਾ ਉਹਦਾ ਫਿਊਚਰ ਤੇ ਪਾਸਟ ਉਹਦਾ ਗਿਣਿਆ ਜਾਂਦਾ। ਤਾਂ ਹੁਣ ਮੈਂ ਵਾਕਈ ਸਹਿਮਤ ਹਾਂ ਕਿ ਆਪਣਾ ਸਮਾਜ ਜਿਹੜਾ ਹੈਗਾ ਮਰਦ ਪ੍ਰਧਾਨ ਹੈ, ਕਿਉਂਕਿ ਜੇ ਕੋਈ ਸਰਪੰਚ ਬਣ ਵੀ ਜਾਂਦੀ ਹੈ ਲੇਡੀ, ਤਾਂ ਸਰਪੰਚੀ ਉਹਦੇ ਘਰ ਵਾਲਾ ਕਰਦਾ ਹੈ। ਜੇ ਕੌਂਸਲਰ ਬਣ ਗਈ ਤਾਂ ਜਿਹੜੀ ਕੌਂਸਲਸ਼ਿਪ ਹੈ ਉਹ ਉਹਦੇ ਘਰ ਵਾਲਾ ਕਰਦਾ ਹੈ। ਪਰ ਮੈਂ ਫਿਰ ਨਾ ਹੀ ਸਮਝਾਂ ਕਿ ਰਾਜਨੀਤੀ ਤੁਸੀਂ ਨਹੀਂ ਆ ਰਹੇ। ਨਹੀਂ, ਅਜੇ ਬਿਲਕੁਲ ਵੀ ਨਹੀਂ, ਔਰ ਮੇਰਾ ਇਸ ਬਾਰੇ ਹੈ ਵੀ ਨਹੀਂ ਕੋਈ। ਧੰਨਵਾਦ ਮੈਮ ਤੁਹਾਡਾ ਇੱਥੇ ਆਉਣ ਦਾ, ਤੇ ਅਸੀਂ ਚਾਹਾਂਗੇ ਕਿ ਤੁਹਾਡਾ ਨਾਰੀ ਸ਼ਕਤੀ ਕਲੱਬ ਹੋਰ ਵਧੇ ਫੁੱਲੇ ਤੇ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਕਰਦੇ ਰਹੋ, ਤੇ ਅਸੀਂ ਵੀ ਚਾਹਾਂਗੇ ਕਿ ਦੁਬਾਰਾ ਤੁਹਾਨੂੰ ਫੇਰ ਇੱਥੇ ਅਸੀਂ ਦੇਖੀਏ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਲਾਈਕ ਕਰੋ ਸਾਡਾ Facebook ਪੇਜ।